ਗੁੱਡ ਮਾਰਨਿੰਗ ਸਟੂਡੈਂਟਸ। ਹਾਂਜੀ ਰਾਜੇ, ਆਪਾਂ ਪ੍ਰੀਵੀਅਸ ਲੈਕਚਰ 'ਚ ਜਿਹੜਾ ਤੁਹਾਡਾ ਫਸਟ ਲੈਕਚਰ ਚੈਪਟਰ ਸੀਗਾ ਇੰਗਲਿਸ਼ ਦਾ, ਆਪਾਂ ਉਹ ਸਟਾਰਟ ਕੀਤਾ ਸੀ ਅਤੇ ਅੱਜ ਦੇ ਲੈਕਚਰ 'ਚ ਉਹੀ ਆਪਾਂ ਚੈਪਟਰ ਜਿਹੜਾ ਅੱਗੇ ਕੰਟੀਨਿਊ ਕਰਾਂਗੇ। ਰਾਜੇ, I collect 30 each from everyone who wanted a sari. When I look back, I feel like laughing at the reason for my going. What back then they seemed good enough to make the trip. ਕੀ ਸੀ ਆਪਾਂ ਲਾਸਟ ਪੜ੍ਹਿਆ ਸੀਗਾ ਵੀ ਜਿਹੜਾ ਲੈਟਰ ਸੁਧਾ ਮੂਰਤੀ ਨੇ ਟੈਲਕੋ ਜਿਹੜੀ ਕੰਪਨੀ ਸੀ ਉਹਨੂੰ ਪਾਇਆ ਸੀਗਾ ਅਤੇ ਉਹਦਾ ਰਿਟਰਨ ਉਹਨਾਂ ਨੂੰ ਕੀ ਆਨਸਰ ਆਇਆ ਸੀ ਅਤੇ ਉਹਨੂੰ ਪੂਨੇ ਲਈ ਕੀ ਹੈਗਾ ਬੁਲਾਇਆ ਗਿਆ ਸੀ ਇੰਟਰਵਿਊ ਲਈ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੇ ਫਰੈਂਡਸ ਸੀ ਉਹਨਾਂ ਨੇ ਕਿਹਾ ਸੀ ਵੀ ਤੈਨੂੰ ਐਜ ਏ ਓਪਰਚੁਨਿਟੀ ਵਾਂਗ ਇਸ ਚੀਜ਼ ਨੂੰ ਲੈਣਾ ਚਾਹੀਦਾ ਅਤੇ ਤੈਨੂੰ ਜ਼ਰੂਰ ਜਾਣਾ ਚਾਹੀਦਾ। ਅਤੇ ਉਹਨਾਂ ਲਈ ਜਿਹੜੇ ਜੀ ਪੂਨੇ ਜਾ ਕੇ ਜਿਹੜੀਆਂ ਸਾੜੀਜ਼ ਨੇ ਆਪਾਂ ਕਿਤੇ ਚੀਪ ਰੇਟਸ 'ਤੇ ਮਿਲਦੀਆਂ ਨੇ ਉਹਨੂੰ ਲਿਆਉਣੀ ਚਾਹੀਦੀ। ਦੈਨ ਇਸ ਕਰਕੇ ਕੀ ਉਹਨੇ ਜਿਹੜੀ ਉਹਨਾਂ ਦੀ ਫਰੈਂਡਸ ਸੀਗੀਆਂ ਉਹਨਾਂ ਤੋਂ ਈਚ ਤੋਂ ਐਵਰੀਵਨ ਤੋਂ ਕੀ ਆਪਾਂ ਕਰੀਏ ਇਕੱਲੇ ਇਕੱਲੇ ਜਾਣੇ ਤੋਂ 30 ਰੁਪਏ ਉਹਨੇ ਇਕੱਠੇ ਕੀਤੇ, ਕਲੈਕਟ ਕੀਤੇ। ਦੈਨ ਉਸ ਤੋਂ ਬਾਅਦ ਕੀ ਹੈਗਾ ਜਦੋਂ ਇਹ ਚੀਜ਼ ਬਾਰੇ ਸੋਚਦੀ ਸੀ ਵੀ ਜਿਹੜੀ ਪੂਨੇ ਮੈਂ ਜਾ ਰਹੀ ਹਾਂ ਉਹ ਸਿਰਫ ਕੀ ਆ, ਕਿਉਂਕਿ ਉਹਦੇ ਮਾਇੰਡ 'ਚ ਇਹ ਚੀਜ਼ ਨਹੀਂ ਸੀ ਵੀ ਮੈਂ ਜੋਬ ਲੈਣੀ ਆ। ਉਹਦੇ ਮਾਇੰਡ 'ਚ ਕੀ ਚੀਜ਼ ਸੀਗੀ ਵੀ ਆਪਣੇ ਫਰੈਂਡਸ ਲਈ ਸਾੜੀ ਜੀ ਲੈਣੀ ਆ। ਠੀਕ ਆ, ਉਹ ਇਸ ਚੀਜ਼ ਬਾਰੇ ਸੋਚ ਕੇ ਕੀ ਆ ਅੰਦਰੋਂ ਅੰਦਰੀ ਹੱਸਦੀ ਸੀ। It was my first visit to Pune and I immediately fell in love with the city. ਉਹ ਫਸਟ ਟਾਈਮ ਪੂਨੇ ਗਈ ਸੀ ਅਤੇ ਇਸ ਜਿਹੜੀ ਸਿਟੀ ਨਾਲ ਉਹਦਾ ਕੀ ਆ ਪਿਆਰ ਪੈ ਗਿਆ ਸੀ। To this day it remains dear to me. I feel as much at home in Pune as I do in Hubli, my hometown. The place changed my life in so many ways. ਕੀ ਸੀਗਾ ਛੇਤੀ ਆਪਾਂ ਕਹਿ ਦਈਏ ਉਹਦਾ ਜਿਹੜਾ ਪੂਨੇ ਇੱਦਾਂ ਫੀਲ ਕਰਨ ਲੱਗੀ ਜਿੱਦਾਂ ਉਹ ਆਪਣੇ ਜਿਹੜਾ ਹੋਮ ਟਾਊਨ ਸੀ ਕੀ ਸੀ ਉਹਦਾ ਹੁਬਲੀ। ਠੀਕ ਹੈ, ਜਿੱਦਾਂ ਉੱਥੇ ਫੀਲ ਕਰਦੀ ਸੀ ਆਪਣੇ। ਠੀਕ ਹੈ, ਜਿਹੜਾ ਆਪਾਂ ਕਹਿ ਦਈਏ ਉਹਦਾ ਵਰਥ ਪਲੇਸ ਸੀ ਜਾਂ ਜਿੱਥੇ ਉਹ ਸ਼ੁਰੂ ਤੋਂ ਰਹਿੰਦੀ ਆਈ ਸੀ ਉਹਨੂੰ ਉੱਦਾਂ ਦੀ ਜਿਹੜੀ ਫੀਲਿੰਗ ਕਿੱਥੇ ਆਉਣ ਲੱਗੀ ਸੀ ਪੂਨੇ। ਅਤੇ ਜਿਹੜੇ ਪੂਨੇ ਜਾ ਕੇ ਉਹਦੀ ਜਿਹੜੀ ਲਾਈਫ ਸੀਗੀ ਉਹ ਕਾਫੀ ਜ਼ਿਆਦਾ ਚੇਂਜ ਹੋ ਗਈ ਸੀ। ਐਜ਼ ਡਾਇਰੈਕਟਡ ਆਈ ਵੈਂਟ ਟੂ ਟੈਲਕੋ ਪਿੰਮਰੀ ਆਫਿਸ ਫॉर ਇੰਟਰਵਿਊ। ਜਦੋਂ ਜਿਹੜੀ ਸੁਧਾ ਮੂਰਤੀ ਸੀ ਇੰਟਰਵਿਊ ਲਈ ਜਿਹੜਾ ਪਿੰਪਰੀ ਆਫਿਸ ਸੀਗਾ ਇੰਟਰਵਿਊ ਲਈ, ਠੀਕ ਹੈ, ਉੱਥੇ ਗਈ। ਦੇਅਰ ਵਰ 6 people on the panel and I realized then that this was a serious matter. ਦੈਨ ਉਹਨੇ ਦੇਖਿਆ ਜਿਹੜੇ 6 ਪਰਸਨ ਸੀਗੇ ਉਹਦੇ ਇੰਟਰਵਿਊ ਲਈ ਉੱਥੇ ਬੈਠੇ ਸੀਗੇ ਅਤੇ ਉਹ ਇਸ ਚੀਜ਼ ਬਾਰੇ ਵੀ ਇਹ ਕਾਫੀ ਜ਼ਿਆਦਾ ਸੀਰੀਅਸ ਜਿਹੜਾ ਮੈਟਰ ਹੈ। ਠੀਕ ਹੈ ਰਾਜੇ, ਧਿਆਨ ਰੱਖਿਓ ਲੈਣ ਦਾ। 6 ਜਿਹੜੇ ਪੀਪਲ ਸੀ ਉਹਦੇ ਇੰਟਰਵਿਊ ਪੈਨਲ 'ਚ ਸੀ। ਠੀਕ ਹੈ, ਇੱਦਾਂ ਦਾ ਕੁਐਸਚਨ ਤੁਹਾਨੂੰ ਆ ਜਾਂਦਾ। ਦਿਸ ਇਜ਼ ਦੀ ਗਰਲ ਹੂ ਰੋਟ ਟੂ J.R.D. Tata. I hear somebody's whisper as soon as I entered the room. ਠੀਕ ਹੈ, ਜਦੋਂ ਜਿਹੜੀ ਸੁਧਾ ਮੂਰਤੀ ਇੰਟਰ ਕਰਦੀ ਹੈ ਰੂਮ 'ਚ ਉਹ ਇਹ ਚੀਜ਼ ਸੁਣਦੀ ਹੈ ਕਿਸੇ ਦੇ ਜਿਹੜੀ ਆਵਾਜ਼ ਸੀਗੀ ਵੀ ਇਹ ਉਹੀ ਗੱਲ ਹੈ ਜਿਸ ਨੇ J.R.D. ਟਾਟਾ ਨੂੰ ਲੈਟਰ ਲਿਖਿਆ ਸੀ। Why then I knew for sure that I would not get the job. The realization abolished all fear from my mind. So I was rather cool while the interview was being conducted. ਠੀਕ ਹੈ, ਦੈਨ ਇਹ ਚੀਜ਼ ਨੇ ਉਹਨੂੰ ਇਹ ਸ਼ੋਰ ਕਰਤਾ, ਇਸ ਚੀਜ਼ ਦਾ ਅਹਿਸਾਸ ਕਰਤਾ ਕਿ ਜਿਹੜੀ ਉਹਨੂੰ ਜੋਬ ਆ ਨਹੀਂ ਮਿਲੇਗੀ। ਦੈਨ ਇਹ ਜੋਬ ਨਾ ਮਿਲਣ ਕਰਕੇ ਜਿਹੜਾ ਉਹਦਾ ਮਾਇੰਡ 'ਚ ਆਪਾਂ ਕਦੀ ਡਰ ਸੀਗਾ ਵੀ ਮੈਨੂੰ ਜੋਬ ਤਾਂ ਮਿਲਣੀ ਨਹੀਂ ਹੈ, ਇਸ ਕਰਕੇ ਜਿਹੜਾ ਉਹਦਾ ਡਰ ਸੀਗਾ ਜੋਬ ਲੈਣ ਦਾ ਉਹ ਉਹਦੇ ਦਿਮਾਗ 'ਚੋਂ ਕੀ ਹੈਗਾ ਨਿਕਲ ਚੁੱਕਿਆ ਸੀ ਅਤੇ ਉਹ ਕਾਫੀ ਜ਼ਿਆਦਾ ਕੂਲ ਸੀ ਇੰਟਰਵਿਊ ਦੇ ਦੌਰਾਨ। Even before the interview started, I reckoned the panel was biased, so I told them rather impolitely, I hope this is only a technical interview. ਠੀਕ ਹੈ ਜੀ, ਜੇ ਇੰਟਰਵਿਊ ਸਟਾਰਟ ਹੋਣ ਤੋਂ ਪਹਿਲਾਂ ਉਹਦੇ 'ਚ ਕੀ ਸੀ ਉਹਨੇ ਯਾਦ ਕਰਾਇਆ, ਯਾਦ ਹੈ ਵੀ ਜਿਹੜਾ ਪੈਨਲ ਨੇ ਭੇਦਭਾਵ ਕੀਤਾ, ਡਿਸਕ੍ਰਿਮੀਨੇਸ਼ਨ ਕੀਤਾ ਸੀ, ਇਸ ਕਰਕੇ ਜਿਹੜੇ ਉਹ ਆਨਸਰ ਸੀਗੇ ਉਹ ਰਿਊਡਲੀ ਦੇ ਪਏ। ਠੀਕ ਹੈ, ਦੈਨ ਕਿਉਂਕਿ ਇਹ ਇੱਕ ਕੀ ਸੀ ਟੈਕਨੀਕਲ ਇੰਟਰਵਿਊ ਸੀ। They were taken aback by my rudeness and even today I smashed about my attitude. Ashamed about my attitude, the panel asked me technical question. I answered all of them. ਠੀਕ ਹੈ, ਜਿਹੜੀ ਕੰਪਨੀ ਸੀ ਇੰਟਰਵਿਊ ਲਈ ਲੈਣ ਵਾਲੀ, ਠੀਕ ਹੈ, ਉੱਥੇ ਉਹਨਾਂ ਨੂੰ ਟੈਕਨੀਕਲ ਕੁਐਸਚਨ ਜਿਹੜੇ ਪੁੱਛੇ ਗਏ ਅਤੇ ਉਹਨਾਂ ਨੇ ਟੈਕਨੀਕਲੀ ਜਿਹੜੀ ਸੁਧਾ ਮੂਰਤੀ ਨੇ ਉਹਨਾਂ ਦੇ ਆਨਸਰ ਦਿੱਤੇ ਅਤੇ ਉਹ ਕਾਫੀ ਜ਼ਿਆਦਾ ਰਿਊਡਲੀ ਜਿਹੜੇ ਆਨਸਰ ਸੀ ਉਹ ਦੇ ਰਹੇ ਸੀ। Then an earlier gentleman with an affectionate voice told me, do you know why we said lady candidate need not apply? ਇੱਕ ਜੈਂਟਲਮੈਨ ਨੇ ਪੋਲਾਈਟਲੀ ਆਪਾਂ ਕਹਿ ਦਈਏ
ਆਵਾਜ਼ ਵਿੱਚ ਪੁੱਛਿਆ ਵੀ ਤੁਸੀਂ ਜਾਣਦੇ ਹੋ ਕਿ ਅਸੀਂ ਕਿਉਂ ਇਹ ਲਿਖਿਆ ਸੀ ਵੀ ਜਿਹੜੀ ਲੇਡੀ ਕੰਟਰੀ ਨੂੰ ਉਹ ਜਿਹੜੀ ਜੋਬ ਲਈ ਅਪਲਾਈ ਨਹੀਂ ਕਰ ਸਕਦੀ। ਦ ਰੀਜ਼ਨ ਇਜ਼ ਦੈਟ ਵੀ ਹੈਵ ਨੈਵਰ ਇੰਪਲੋਇਡ ਐਨੀ ਲੇਡੀਜ਼ ਔਨ ਦੀ ਸ਼ੌਪ ਫਲੋਰ। ਠੀਕ ਹੈ, ਉਹਨੇ ਦੱਸਿਆ ਵੀ ਸਾਡੇ ਜਿਹੜਾ ਫੈਕਟਰੀ ਜਿੱਥੇ ਇਹ ਕੰਮ ਕਰ ਰਹੇ ਹਾਂ, ਠੀਕ ਹੈ ਜੀ, ਉੱਥੇ ਕੋਈ ਵੀ ਲੇਡੀ ਕੰਮ ਨਹੀਂ ਕਰਦੀ, ਇਸ ਕਰਕੇ ਕੀ ਹੈਗਾ ਅਸੀਂ ਜਿਹੜੇ ਲੇਡੀ ਨੂੰ ਅਪਲਾਈ ਕਰਨ ਲਈ ਨਹੀਂ ਕਿਹਾ ਸੀ। ਐਂਡ ਦਿਸ ਇਜ਼ ਨੋਟ ਏ ਕੋ ਐਡ ਕਾਲਜ, ਦਿਸ ਇਜ਼ ਏ ਫੈਕਟਰੀ। ਠੀਕ ਹੈ, ਉਹਨਾਂ ਨੇ ਕਿਹਾ ਵੀ ਇਹ ਕੋ ਐਡ ਕਾਲਜ ਨਹੀਂ ਹੈਗਾ, ਇਹ ਫੈਕਟਰੀ ਹੈ। ਕੋ ਐਡ ਕਾਲਜ ਸਮਝੋ ਨਾ ਜੀ, ਜਿੱਦਾਂ ਆਪਾਂ ਕਹਿ ਦਈਏ ਜਿੱਥੇ ਬॉयਜ਼ ਐਂਡ ਗਰਲਜ਼ ਇਕੱਠੇ ਪੜ੍ਹਦੇ ਨੇ। When it comes to academics, you are a first ranker throughout. We appreciate that. What people like you should work in research laboratories. ਠੀਕ ਹੈ, ਕਹਿੰਦੇ ਜੇ ਅਕੈਡਮਿਕ ਦੀ ਗੱਲ ਕਰਦੇ ਹਾਂ ਆਪਾਂ ਤਾਂ ਠੀਕ ਹੈ ਤੁਸੀਂ ਫਸਟ ਰੈਂਕਰ ਹੋ। ਠੀਕ ਹੈ, ਅਤੇ ਲੋਕ ਇਹ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨੇ। ਬਟ ਤੁਹਾਨੂੰ ਜਿਹੜੇ ਲੋਕ ਨੇ ਲੇਡੀਜ਼ ਨੇ ਗਰਲਜ਼ ਨੇ ਉਹਨਾਂ ਨੂੰ ਕੰਮ ਕਰਨਾ ਕਿਤੇ ਜਿਹੜੀਆਂ ਰਿਸਰਚ ਲੈਬੋਰਟਰੀ ਨੇ ਉੱਥੇ ਕੰਮ ਕਰਨਾ ਪਸੰਦ ਕਰਦੇ ਨੇ, ਨਾ ਕਿ ਫੈਕਟਰੀ 'ਚ। I was a young girl from a small town, Hubli. My world had been a limited place. ਠੀਕ ਹੈ, ਉਹ ਜਿਹੜੀ ਸਮਾਲ ਟਾਊਨ ਤੋਂ ਸੀ, ਹੁਬਲੀ ਤੋਂ ਸੀ, ਅਤੇ ਜਿਹੜਾ ਉਹ ਆਪਾਂ ਕਹਦੇ ਦੁਨੀਆ ਸੀ ਉਹਦੀ ਲਾਈਫ ਸੀ ਬਹੁਤ ਜ਼ਿਆਦਾ ਛੋਟੀ ਸੀ। I did not know the ways of large corporate house and their difficulties, so I answered, what you must start somewhere, otherwise no one will ever be able to work in your factory। ਉਹ ਕਹਿੰਦੀ ਸੁਧਾ ਮੂਰਤੀ ਕਹਿੰਦੇ ਵੀ ਉਹ ਜਿਹੜੀ ਆਪਾਂ ਕਹਿ ਦਈਏ ਜਿਹੜੇ ਲਾਰਜ ਹਾਊਸ ਨੇ, ਵੱਡੇ ਆਪਾਂ ਘਰ ਨੇ, ਠੀਕ ਹੈ, ਉਹਨਾਂ ਦੀ ਡਿਫੀਕਲਟੀਜ਼ ਉਹਨਾਂ ਬਾਰੇ ਨਹੀਂ ਜਾਣਦੀ ਸੀ, ਨਾ ਹੀ ਉਹਨਾਂ ਦੀ ਡਿਫੀਕਲਟੀਜ਼ ਕੀ ਹੁੰਦੀਆਂ ਨੇ ਉੱਥੇ ਰਹਿਣ ਦੀ, ਉਹ ਚੀਜ਼ ਬਾਰੇ ਜਾਣਦੀ ਸੀ। ਦੈਨ ਉਸ ਤੋਂ ਇਲਾਵਾ ਉਹਨੇ ਕਿਹਾ ਵੀ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ ਸਟਾਰਟ ਕਰਨੀ ਪਊ, ਨਹੀਂ ਤਾਂ ਕਦੇ ਵੀ ਜਿਹੜੀ ਕੋਈ ਵੀ ਗਰਲ ਜਾਂ ਲੇਡੀ ਜਾਂ ਉਹ ਛੋਟੀ ਫੈਕਟਰੀ 'ਚ ਕੰਮ ਕਰਨ ਦੇ ਯੋਗ ਨਹੀਂ ਹੋਊਗੀ, ਵੀ ਕਿਤੇ ਨਾ ਕਿਤੇ ਤੁਹਾਨੂੰ ਇਹ ਚੀਜ਼ ਸਟਾਰਟ ਕਰਨੀ ਪਊ। ਜਿਹੜੀ ਲੇਡੀਜ਼ ਨੇ ਤੁਹਾਨੂੰ ਆਪਣੀ ਜਿਹੜੀ ਫੈਕਟਰੀ ਹੈ ਉੱਥੇ ਰੱਖਣੀਆਂ ਹੀ ਪੈਣਗੀਆਂ ਕੰਮ ਲਈ। ਫਾਈਨਲੀ ਆਫਟਰ ਏ ਲੌਂਗ ਇੰਟਰਵਿਊ I was told had been successful, so this was that the future had in store for me. Never had I thought I would take up a job in Pune। ਠੀਕ ਹੈ, ਕਾਫੀ ਇੰਟਰਵਿਊ ਤੋਂ ਬਾਅਦ ਉਹਨੇ ਰਿਲਾਈਜ਼ ਨਹੀਂ ਕੀਤਾ ਜੀ ਵੀ ਉਹਨੂੰ ਜੋਬ ਮਿਲ ਜੂ। ਵਟ ਕੀ ਹੈਗਾ ਉਹਨੂੰ ਕੀ ਜੋਬ ਮਿਲਦੀ ਆ। ਆਈ ਮੈਟ ਏ ਸਾਈਜ਼ ਯੰਗ ਮੈਨ ਫਰੋਮ ਕਰਨਾਟਕਾ, ਦੇਅਰ ਵੀ ਬਿਕਮ ਗੁੱਡ ਫਰੈਂਡ ਐਂਡ ਵੀ ਗੋਟ ਮੈਰਿਡ। ਠੀਕ ਹੈ, ਉਸ ਤੋਂ ਬਾਅਦ ਇੱਕ ਆਪਾਂ ਕਹਿ ਦਈਏ ਉਹ ਯੰਗ ਮੈਨ ਨੂੰ ਮਿਲਦੀ ਹੈ, ਠੀਕ ਹੈ, ਜਿਹੜਾ ਕਿ ਕਾਫੀ ਜ਼ਿਆਦਾ ਸ਼ਰਮੀਲਾ ਹੁੰਦਾ। ਦੈਨ ਉਸ ਤੋਂ ਬਾਅਦ ਉਹਨੂੰ ਫਰੈਂਡਸ ਬਣਦੇ ਦੈਨ ਉਹ ਮੈਰਿਜ ਕਰਵਾ ਲੈਂਦੀ ਹੈ। ਇਟ ਵਾਜ਼ ਓਨਲੀ ਆਫਟਰ ਜੁਆਇਨਿੰਗ ਟੈਲਕੋ ਦੈਟ ਆਈ ਰਿਅਲਾਈਜ਼ਡ ਹੂ JRD ਵਾਸ, ਦੀ ਅਨਕਰਾਊਨਡ ਕਿੰਗ ਆਫ ਇੰਡੀਅਨ ਇੰਡਸਟਰੀ। ਅਨਕਰਾਊਨਡ ਮੀਨਜ਼ ਆਪਾਂ ਕਹਿੰਦੇ ਬਿਨਾਂ ਤਾਜਦਾਰ ਦਾ। ਜਦੋਂ ਮੀਨਜ਼ ਉਹ ਫੈਕਟਰੀ 'ਚ ਆਪਾਂ ਟੈਲਕੋ ਜਿਹੜੀ ਕੰਪਨੀ ਉਹ 'ਚ ਜੁਆਇਨ ਹੋ ਕਰਦੀ ਹੈ, ਠੀਕ ਹੈ, ਉਹਨੂੰ ਪਤਾ ਲੱਗਦਾ ਜਿਹੜਾ JRD ਟਾਟਾ ਉਹ ਕੀ ਹੈਗਾ ਰਾਜੇ, ਵੀ ਆਪਾਂ ਕਹਿ ਦਈਏ ਇੰਡੀਆ ਦੀ ਜਿਹੜੀ ਇੰਡਸਟਰੀ ਆ ਉਹਦਾ ਅਨਕਰਾਊਨਡ ਬਿਨਾਂ ਤਾਜ ਦਾ ਕੀ ਹੈ ਰਾਜ ਹੈ। ਨਾਓ ਆਈ ਵਾਸ ਸਕੇਅਰਡ ਵਟ ਆਈ ਡਿਡ ਨਾਟ ਗੈਟ ਟੂ ਮੀਟ ਹਿਮ ਟਿਲ ਆਈ ਵਾਸ ਟ੍ਰਾਂਸਫਰਮ ਟੂ ਬੰਬੇ। ਉਹ ਕਦੇ ਨਹੀਂ ਜਿਹੜਾ JRD ਟਾਟਾ ਨੂੰ ਨਹੀਂ ਮਿਲਦੀ ਜਿੰਨਾ ਟਾਈਮ ਉਹਦੀ ਜਿਹੜੀ ਟ੍ਰਾਂਸਫਰ ਬੰਬੇ ਨਹੀਂ ਹੁੰਦੀ। One day I had to show my report to Mr. Mulgaonkar, our chairman, who we all knew as SM। ਠੀਕ ਹੈ, ਇੱਕ ਦਿਨ ਮੰਗੋਲਕਰ ਨੂੰ ਜਿਹੜਾ ਉਹਨਾਂ ਦਾ SM ਸੀ, ਠੀਕ ਹੈ, ਉਹਦੇ ਲਈ ਉਹਨੇ ਰਿਪੋਰਟ ਲਈ ਜਾਣਾ ਸੀ। ਉਸ ਤੋਂ ਬਾਅਦ I was in his office on the first floor of Bombay House when suddenly JRD Tata walked in. That was the first time I saw Appro JRD. Appro means our in Gujarati. This was the affectionate term by which people at Bombay House called him। ਠੀਕ ਹੈ ਜੀ, ਕੀ ਸੀ ਫਸਟ ਟਾਈਮ ਉਹਨੇ ਇਸ ਟਾਈਮ ਜਦੋਂ ਰਿਪੋਰਟ ਦੇਣ ਲਈ ਉਹ ਆਪਣੇ ਮਿਸਟਰ ਮੰਗੋਲਕਰ, ਠੀਕ ਹੈ ਜੀ, ਗਈ ਸੀ। ਉਸ ਟਾਈਮ ਉਹਨੇ ਫਸਟ ਟਾਈਮ ਉਹਨੂੰ ਜਿਹੜਾ JRD ਟਾਟਾ ਨੂੰ ਦੇਖਿਆ ਸੀ, ਜਿਹਨੂੰ ਕਹਿੰਦੇ ਸੀ ਵੀ ਐਪਰੋ JRD। ਐਪਰੋ ਮੀਨਜ਼ ਆਪਾਂ ਕਹਿੰਦੇ ਗੁਜਰਾਤੀ 'ਚ ਅਵਰ, ਵੀ ਸਾਡਾ JRD, ਠੀਕ ਹੈ, ਅਤੇ ਇਹ ਜਿਹੜੇ ਲੋਕ ਸੀ ਉਹਨੂੰ ਪਿਆਰ ਨਾਲ ਇਹ ਚੀਜ਼ ਕਹਿੰਦੇ ਸੀਗੇ। ਆਈ ਵਾਜ਼ ਫੀਲਿੰਗ ਵੈਰੀ ਨਰਵਸ ਰਿਮੈਂਬਰਿੰਗ ਮਾਈ ਪੋਸਟ ਕਾਰਡ ਐਪੀਸੋਡ। SM ਇੰਟਰੋਡਿਊਸਡ ਮੀ ਨਾਈਸਲੀ। ਦੇਖੋ ਉਹ ਕੀ ਆ, ਉਹ ਕਾਫੀ ਜ਼ਿਆਦਾ ਨਰਵਸ ਫੀਲ ਕਰ ਰਹੀ ਸੀ ਜਿਹੜਾ ਉਹਨੇ ਲੈਟਰ ਲਿਖਿਆ ਸੀ, ਅਤੇ ਉਹ ਚੀਜ਼ ਉਹਦੀ ਰਿਮੈਂਬਰ ਹੁੰਦੀ ਆ ਵੀ ਮੈਂ JRD ਟਾਟਾ ਨੂੰ ਜਿਹੜਾ ਲੈਟਰ ਲਿਖਿਆ ਸੀ ਇਸ ਚੀਜ਼ ਬਾਰੇ। ਅਤੇ ਜਿਹੜਾ ਉਹਨਾਂ ਦਾ SM ਹੁੰਦਾ ਮਿਸਟਰ ਮੂਲਗਾਓਂਕਰ, ਉਹ ਨਾਈਸਲੀ ਉਹਨੂੰ ਕੀ ਇੰਟਰੋਡਿਊਸ ਕਰਵਾਉਂਦਾ ਜੇ ਦੈਟ what his close associates called him. This young woman is an engineer and that too a postgraduate. She is the first woman to work
on telco shop floor. JRD looked at me. I was praying he would not ask me any question about my interview or the postcard that preceded it. ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਮੂਲ ਗੌਂਕਰ ਆ ਉਹ ਇੰਟਰੋਡਿਊਸ ਕਰਵਾਉਂਦਾ ਹੈਗਾ, ਦੈਨ ਦੱਸਦਾ ਕਿ ਇਹ ਜਿਹੜੀ ਫਸਟ ਗੱਲ ਹੈ ਇੰਜੀਨੀਅਰ ਜਿਹੜੀ ਕਿ ਅਤੇ ਪੋਸਟ ਗ੍ਰੈਜੂਏਟ ਦਾ, ਦੈਨ ਜਿਹੜੀ ਕਿ ਵਰਕ ਕਰਦੀ ਹੈ ਜਿਹੜੀ ਟੈਲਕੋ ਜਿਹੜੀ ਫੈਕਟਰੀ ਹੈ। ਠੀਕ ਹੈ ਰਾਜੇ। ਉਸ ਤੋਂ ਬਾਅਦ ਉਹ ਪ੍ਰੇ ਕਰਦੀ ਹੈ ਵੀ ਜਿਹੜਾ ਮਿਸਟਰ JRD ਆ ਉਹ ਤੋਂ ਕੋਈ ਵੀ ਕੁਐਸਚਨ ਨਾ ਪੁੱਛੇ ਅਤੇ ਨਾ ਹੀ ਜਿਹੜੀ ਇਹਦੀ ਇੰਟਰਵਿਊ ਆ ਸੀ ਉਸ ਦੇ ਰਿਗਾਰਡਿੰਗ ਕੋਈ ਕੁਐਸਚਨ ਉਹ ਤੋਂ ਪੁੱਟ ਕਰੇ। ਕਲੋਜ਼ ਟੂ 50% of students in today's engineering college are girls, and there were women on the shop floor in many industry segments. I see these changes I think of JRD. If at all times sports stops and asks me what I want from life, I would say I wish JRD Tata was alive today to see how the company he started has grown. He would have enjoyed it wholeheartedly. ਠੀਕ ਹੈ ਜੀ। ਉਹ ਕੀ ਕਹਿੰਦੀ ਹੈ ਵੀ 50% ਜਿਹੜੇ ਹੁਣ ਗਰਲਜ਼ ਨੇ ਜਿਹੜੇ ਇੰਜੀਨੀਅਰਿੰਗ ਕਾਲਜ ਨੇ, ਠੀਕ ਹੈ ਜੀ, ਉੱਥੇ ਦੈਨ ਜਿਹੜੀਆਂ ਫੈਕਟਰੀ ਉਹਨਾਂ ਦੀ, ਠੀਕ ਆ, ਸ਼ੌਪ ਫਲੋਰ ਆ ਉੱਥੇ ਜਿਹੜੇ ਕੀ ਹੈਗਾ ਉਹ ਕੰਮ ਕਰ ਰਹੀ ਹੈ। ਇਹ ਸਭ ਕੁਛ ਉਸ ਤੋਂ ਬਾਅਦ ਹੋਇਆ। ਠੀਕ ਹੈ। ਜੋ ਤੋਂ ਉਹ ਕੀ ਹੈਗੀ ਫੈਕਟਰੀ ਉਹਨੇ ਜੁਆਇਨ ਕੀਤੀ, ਮੀਨ ਸੋਚ ਹੀ ਚੇਂਜ ਕਰ ਦਿੱਤੀ ਉਸਨੇ। ਠੀਕ ਹੈ। ਦੈਨ ਹੁਣ ਕੀ ਆ ਉਹ ਇੰਜੋਏ ਕਰਦੀ ਹੈ ਇਹ ਚੀਜ਼ ਨੂੰ। ਓਕੇ ਰਾਜੀ, ਇਹ ਆਪਣਾ ਸੀਗਾ ਚੈਪਟਰ ਫਸਟ। ਠੀਕ ਹੈ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਠੀਕ ਹੈ ਰਾਜੀ। ਫਿਰ ਵੀ ਜੇ ਕੋਈ ਪ੍ਰੋਬਲਮ ਹੋਈ ਦੈਨ ਤੁਸੀਂ ਮੇਰੇ ਤੋਂ ਕੋਈ ਵਰਡ ਮੀਨਿੰਗ ਆ ਕੋਈ ਪੁੱਛਣਾ ਹੋਏ ਦੈਨ ਤੁਸੀਂ ਮੈਸੇਜ ਕਾਲ ਕਰਕੇ ਮੇਰੇ ਤੋਂ ਪੁੱਛ ਲਿਓ। ਠੀਕ ਹੈ ਰਾਜੀ। ਨੈਕਸਟ ਆਪਣਾ ਚੈਪਟਰ ਲੈਕਚਰ 'ਚ ਆਪਾਂ ਇਸ 'ਚ ਜਿਹੜਾ ਚੈਪਟਰ ਹੈ ਇਹਦੇ ਕੁਐਸਚਨ ਆਨਸਰ ਤੁਹਾਨੂੰ ਕਰਵਾ ਦਿੱਤੇ ਜਾਣਗੇ।